एक वैबसाइट भी है, जो ਉਹਦੇ ਤੇ ਜਾਣਾ ਹੈ ਉਹਦੇ ਤੇ ਜਾ ਕੇ ਆਪਣਾ ਤੁਸੀਂ ਕਾਰਡ ਬਣਾ ਸਕਦੇ ਹੋ। 100% ਟਰਾਂਸਪੇਰੈਂਸੀ, नो कैश नो फरमैश। ਪੰਜਾਬ 'ਚ ਨਵੇਂ ਰਾਸ਼ਨ ਕਾਰਡ ਬਣਨੇ ਸ਼ੁਰੂ। ਕਿਵੇਂ ਅਪਲਾਈ ਕਰੀਏ ਤੇ ਕੌਣ ਹੈ ਐਲੀਜੀਬਲ? ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਇੱਕ ਬਹੁਤ ਵੱਡੀ ਖਬਰ ਤੇ ਜ਼ਰੂਰੀ ਖਬਰ ਹੈ। ਜੇ ਤੁਹਾਡੇ ਘਰ ਦਾ ਅਜੇ ਤੱਕ ਰਾਸ਼ਨ ਕਾਰਡ ਨਹੀਂ ਬਣਿਆ ਜਾਂ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਪਹਿਲਾਂ ਤੋਂ ਬਣੇ ਕਾਰਡ ਵਿੱਚ ਜੋੜਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਪੂਰੀ ਦੇਖੋ। ਪੰਜਾਬ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਆਨਲਾਈਨ ਐਪਲੀਕੇਸ਼ਨਸ ਸ਼ੁਰੂ ਕਰ ਦਿੱਤੀਆਂ ਹਨ, ਪਰ ਇਸ ਦੀ ਇੱਕ ਡੈਡਲਾਈਨ ਵੀ ਹੈ। ਜੇ ਤੁਸੀਂ ਸਮੇਂ ਸਿਰ ਅਪਲਾਈ ਨਾ ਕੀਤਾ ਤਾਂ ਤੁਹਾਨੂੰ ਅਗਲੇ ਵਿੰਡੋ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਵਿਸਥਾਰ ਨਾਲ ਸਮਝਾਵਾਂਗੇ ਕਿ ਕੌਣ ਅਪਲਾਈ ਕਰ ਸਕਦਾ ਹੈ, ਕਿਹੜੇ ਡਾਕੂਮੈਂਟਸ ਚਾਹੀਦੇ ਨੇ ਤੇ ਅਪਲਾਈ ਕਿਵੇਂ ਕਰਨਾ ਹੈ, ਕਿੰਨੀ ਫੀਸ ਲੱਗੇਗੀ ਅਤੇ ਜੇ ਕੋਈ ਦਿੱਕਤ ਆਵੇ ਤਾਂ ਕੀ ਕਰਨਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਰਾਸ਼ਨ ਕਾਰਡ ਸਿਰਫ ਸਸਤਾ ਰਾਸ਼ਨ ਲੈਣ ਦਾ ਇੱਕ ਸਾਧਨ ਨਹੀਂ, ਇਹ ਇੱਕ ਬਹੁਤ ਹੀ ਜ਼ਰੂਰੀ ਡਾਕੂਮੈਂਟ ਹੈ ਜੋ ਆਈਡੈਂਟੀਟੀ ਪ੍ਰੂਫ ਵਜੋਂ ਵੀ ਵਰਤਿਆ ਜਾਂਦਾ ਹੈ, ਐਡਰੈਸ ਪ੍ਰੂਫ ਵਜੋਂ ਵੀ ਤੇ ਬੈਂਕ ਅਕਾਊਂਟ ਖੁਲਾਉਣ ਲਈ ਜਾਂ ਪੈਨ ਕਾਰਡ ਬਣਾਉਣ ਵੇਲੇ ਵੀ ਕੰਮ ਆਉਂਦਾ ਹੈ। ਇਸ ਤੋਂ ਇਲਾਵਾ ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ ਅਤੇ PMAY ਵਰਗੀ ਕਈ ਗਵਰਨਮੈਂਟ ਸਕੀਮਸ ਲਈ ਵੀ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੁੰਦਾ ਹੈ। ਇਸ ਲਈ ਜੇ ਤੁਹਾਡੇ ਘਰ ਵਿੱਚ ਇਹ ਰਾਸ਼ਨ ਕਾਰਡ ਨਹੀਂ ਬਣਿਆ ਤਾਂ ਸਿਰਫ ਰਾਸ਼ਨ ਹੀ ਨਹੀਂ, ਹੋਰ ਵੀ ਕਈ ਸਹੂਲਤਾਂ ਤੇ ਤੁਸੀਂ ਵਾਂਝੇ ਰਹਿ ਸਕਦੇ ਹੋ। ਹੁਣ ਗੱਲ ਕਰਦੇ ਹਾਂ ਇਸ ਨਵੀਂ ਐਪਲੀਕੇਸ਼ਨ ਵਿੰਡੋ ਦੀ। ਫਿਰੋਜ਼ਪੁਰ ਦੇ ਡਿਸਟ੍ਰਿਕਟ ਕੰਟਰੋਲਰ ਫੂਡ ਸਿਵਲ ਸਪਲਾਈਜ਼ ਅਤੇ ਕੰਜ਼ਿਊਮਰ ਅਫੇਅਰਸ ਦਲਜੀਤ ਸਿੰਘ ਸੰਧੂ ਨੇ ਦੱਸਿਆ ਹੈ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ NFSA 2013 ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਤਹਿਤ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਕਾਰਡ ਵਿੱਚ ਮੈਂਬਰਸ ਜੋੜਨ ਲਈ ਆਨਲਾਈਨ ਐਪਲੀਕੇਸ਼ਨ ਸ਼ੁਰੂ ਕੀਤੀਆਂ ਗਈਆਂ ਹਨ। ਇਹ ਵਿੰਡੋ 22 ਜੁਲਾਈ ਤੋਂ 11 ਅਗਸਤ 2026 ਤੱਕ ਖੁੱਲਾ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰੋਸੈਸ ਪੂਰੀ ਤਰ੍ਹਾਂ ਟਰਾਂਸਪੇਰੈਂਟ ਅਤੇ ਟੈਕਨੋਲੋਜੀ ਡਰਿਵਨ ਬਣਾਈ ਗਈ ਹੈ ਤਾਂ ਜੋ ਸਹੀ ਲੋਕਾਂ ਤੱਕ ਹੀ ਇਸ ਦਾ ਫਾਇਦਾ ਪਹੁੰਚੇ ਅਤੇ ਕੋਈ ਫਰਾਡ ਜਾਂ ਡੁਪਲੀਕੇਟ ਐਪਲੀਕੇਸ਼ਨ ਨਾ ਹੋ ਸਕੇ। ਹੁਣ ਸਵਾਲ ਇਹ ਹੈ ਕਿ ਰਾਸ਼ਨ ਕਾਰਡ ਕਿੱਥੋਂ ਅਪਲਾਈ ਹੋ ਸਕਦਾ ਹੈ। ਤੁਸੀਂ 3 ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ। ਪਹਿਲਾ, ਸੇਵਾ ਕੇਂਦਰ ਰਾਹੀਂ, ਦੂਜਾ ਕਾਮਨ ਸਰਵਿਸ ਸੈਂਟਰ CSC ਰਾਹੀਂ ਅਤੇ ਤੀਜਾ ਸਿੱਧਾ ERCMS ਪੋਰਟਲ ਰਾਹੀਂ। ਇੱਥੇ ਇੱਕ ਦਿਲਚਸਪ ਗੱਲ ਧਿਆਨ ਰੱਖਿਓ, ਜੇ ਤੁਸੀਂ ਸੇਵਾ ਕੇਂਦਰ ਜਾਂ CSC ਰਾਹੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ 100 ਰੁਪਏ ਪ੍ਰੋਸੈਸਿੰਗ ਫੀਸ ਦੇਣੀ ਪਵੇਗੀ, ਪਰ ਜੇ ਤੁਸੀਂ ਸਿੱਧਾ ERCMS ਪੋਰਟਲ ਰਾਹੀਂ ਅਪਲਾਈ ਕਰਦੇ ਹੋ ਤਾਂ ਕੋਈ ਫੀਸ ਨਹੀਂ ਲੱਗੇਗੀ। ਇਸ ਤੋਂ ਇਲਾਵਾ ਤੁਸੀਂ ਆਪਣੇ ਡਿਸਟ੍ਰਿਕਟ ਕੰਟਰੋਲਰ ਫੂਡ ਸਿਵਲ ਸਪਲਾਈਜ਼ ਦੇ ਆਫਿਸ ਵਿੱਚ ਜਾ ਕੇ ਫਾਰਮ ਤੇ ਡਾਕੂਮੈਂਟਸ ਦੇ ਨਾਲ 100 ਰੁਪਏ ਭਰ ਕੇ ਅਪਲਾਈ ਕਰ ਸਕਦੇ ਹੋ। ਐਪਲੀਕੇਸ਼ਨ ਫਾਰਮਸ ਪੰਜਾਬੀ ਅਤੇ ਇੰਗਲਿਸ਼ ਦੋਵੇਂ ਲੈਂਗੁਏਜ ਵਿੱਚ ਡਿਪਾਰਟਮੈਂਟ ਦੀ ਵੈਬਸਾਈਟ ਤੋਂ ਡਾਊਨਲੋਡ ਹੋ ਸਕਦੇ ਹਨ ਤਾਂ ਜੋ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਕੋਈ ਦਿੱਕਤ ਨਾ ਹੋਵੇ। ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ ਐਕਨੋਲੇਜਮੈਂਟ ਮੈਸੇਜ ਅਤੇ ਰੈਸਿਪਟ ਨੰਬਰ ਮਿਲੇਗਾ। ਇਹ ਨੰਬਰ ਸੰਭਾਲ ਕੇ ਰੱਖਿਓ ਕਿਉਂਕਿ ਇਸੇ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਦਾ ਸਟੇਟਸ ਟਰੈਕ ਕਰ ਸਕੋਗੇ। ਸੇਵਾ ਕੇਂਦਰ, CSC ਅਤੇ ਡਿਸਟ੍ਰਿਕਟ ਆਫਿਸਿਸ ਹਫਤੇ ਦੇ ਵਰਕਿੰਗ ਡੇਜ਼ ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ, ਇਸ ਲਈ ਸਮਾਂ ਦੇਖ ਕੇ ਹੀ ਜਾਇਓ। ਹੁਣ ਸਮਝਦੇ ਹਾਂ ਕਿ ਰਾਸ਼ਨ ਕਾਰਡ ਲਈ ਐਲੀਜੀਬਲ ਕੌਣ ਹੈ ਅਤੇ ਕਿਹੜੇ ਡਾਕੂਮੈਂਟਸ ਲੱਗਣਗੇ। ਸਭ ਤੋਂ ਪਹਿਲਾਂ ਸਮਝਦੇ ਹਾਂ ਕਾਰਡ ਦੀਆਂ ਕੈਟੇਗਰੀਜ਼। ਪੰਜਾਬ ਵਿੱਚ 3 ਤਰ੍ਹਾਂ ਦੇ ਰਾਸ਼ਨ ਕਾਰਡ ਬਣਦੇ ਹਨ। ਪਹਿਲਾ AAY ਯਾਨੀ ਅੰਤਯੋਦਿਆ ਅੰਨਾ ਯੋਜਨਾ ਕਾਰਡ, ਜੋ ਸਭ ਤੋਂ ਗਰੀਬ ਪਰਿਵਾਰਾਂ ਨੂੰ ਮਿਲਦਾ ਹੈ, ਜਿਵੇਂ ਭੂਮੀਹੀਨ ਮਜ਼ਦੂਰ, ਵਿਧਵਾਵਾਂ ਜਾਂ ਉਹ ਪਰਿਵਾਰ ਜਿਨ੍ਹਾਂ ਦੀ ਕੋਈ ਸਥਿਰ ਇਨਕਮ ਨਹੀਂ। ਇਸ ਕਾਰਡ ਤੇ 35 ਕਿਲੋ ਅਨਾਜ ਤੱਕ ਹਰ ਮਹੀਨੇ ਪੂਰੀ ਤਰ੍ਹਾਂ ਫ੍ਰੀ ਮਿਲਦਾ ਹੈ। ਦੂਜਾ PHH ਯਾਨੀ ਪ੍ਰਾਇੋਰਿਟੀ ਹਾਊਸਹੋਲਡ ਕਾਰਡ, ਜੋ ਪ੍ਰਾਇੋਰਿਟੀ ਸੈਗਮੈਂਟ ਵਾਲੇ ਪਰਿਵਾਰਾਂ ਲਈ ਹੈ। ਇੱਕ ਦਿਲਚਸਪ ਗੱਲ ਇਹ ਹੈ ਕਿ ਜਨਵਰੀ 2026 ਤੋਂ ਪੰਜਾਬ ਭਾਰਤ ਦੇ ਉਨ ਗਿਣੇ ਚੁਣੇ ਸਟੇਟਸ ਵਿੱਚ ਇੱਕ ਹੈ ਜਿੱਥੇ AAY ਤੇ PHH ਦੋਵੇਂ ਕੈਟੇਗਰੀਜ਼ ਨੂੰ ਕਣਕ ਬਿਲਕੁਲ ਫ੍ਰੀ ਮਿਲਦੀ ਹੈ। ਤੀਜਾ ਹੈ ਨੌਨ NFSA ਸਮਾਰਟ ਰਾਸ਼ਨ ਕਾਰਡ, ਜੋ ਉਹਨਾਂ ਪਰਿਵਾਰਾਂ ਲਈ ਹੈ ਜਿਨ੍ਹਾਂ ਦੀ ਇਨਕਮ NFSA ਦੀ ਲਿਮਿਟ ਤੋਂ ਵੱਧ ਹੈ, ਪਰ ਫਿਰ ਵੀ ਉਹ ERCMS ਪੋਰਟਲ ਰਾਹੀਂ ਸਰਵਿਸਿਜ਼ ਐਕਸੈਸ ਕਰ ਸਕਦੇ ਹਨ। ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਪੰਜਾਬ ਦੇ ਪਰਮਾਨੈਂਟ ਰੈਜ਼ੀਡੈਂਟ ਹੋਵੋ।
ਦੂਜੀ, ਤੁਹਾਡੀ ਇਨਕਮ ਸਰਕਾਰ ਵੱਲੋਂ ਤੈਅ ਕੀਤੀ AAY ਜਾਂ PHH ਦੀ ਬ੍ਰੈਕਟ ਵਿੱਚ ਆਉਂਦੀ ਹੋਵੇ। ਤੀਜਾ, ਤੁਹਾਡੇ ਕੋਲ ਪੰਜਾਬ ਦਾ ਕਿਸੇ ਹੋਰ ਸਟੇਟ ਵਿੱਚ ਕੋਈ ਐਕਟਿਵ ਰਾਸ਼ਨ ਕਾਰਡ ਪਹਿਲਾਂ ਤੋਂ ਨਹੀਂ ਹੋਣਾ ਚਾਹੀਦਾ। ਚੌਥਾ, ਆਧਾਰ ਸੀਡਿੰਗ ਲਾਜ਼ਮੀ ਹੈ। ਅਤੇ ਇੱਕ ਬਹੁਤ ਹੀ ਜ਼ਰੂਰੀ ਗੱਲ, NFSA ਕਾਰਡਸ ਲਈ ਸਿਰਫ ਪਰਿਵਾਰ ਦੀ ਸਭ ਤੋਂ ਵੱਡੀ ਐਡਲਟ ਮਹਿਲਾ ਮੈਂਬਰ, ਜਿਸ ਨੂੰ HOFN ਕਿਹਾ ਜਾਂਦਾ ਹੈ, ਉਹੀ ERCMS ਪੋਰਟਲ ਤੇ ਆਨਲਾਈਨ ਸਰਵਿਸਿਜ਼ ਲਈ ਰਜਿਸਟਰ ਕਰ ਸਕਦੀ ਹੈ। ਇਸ ਲਈ ਜੇ ਤੁਹਾਡੇ ਘਰ ਵਿੱਚ ਕਨਫਿਊਜ਼ਨ ਹੈ ਕਿ ਅਪਲਾਈ ਕੌਣ ਕਰੇ, ਤਾਂ ਇਹ ਗੱਲ ਧਿਆਨ ਵਿੱਚ ਰੱਖਿਓ। ਹੁਣ ਗੱਲ ਕਰਦੇ ਹਾਂ ਡਾਕੂਮੈਂਟਸ ਦੀ ਜੋ ਤੁਹਾਨੂੰ ਅਪਲਾਈ ਕਰਨ ਤੋਂ ਪਹਿਲਾਂ ਤਿਆਰ ਰੱਖਣੇ ਚਾਹੀਦੇ ਹਨ। ਪਹਿਲਾ, HOFN ਅਤੇ ਪਰਿਵਾਰ ਦੇ ਸਾਰੇ ਮੈਂਬਰਸ ਦਾ ਆਧਾਰ ਕਾਰਡ। ਦੂਜਾ, ਪੰਜਾਬ ਵਿੱਚ ਪਰਮਨੈਂਟ ਰੈਜ਼ੀਡੈਂਸ ਦਾ ਪ੍ਰੂਫ, ਜਿਵੇਂ ਇਲੈਕਟ੍ਰਿਸਿਟੀ ਬਿੱਲ, ਵਾਟਰ ਬਿੱਲ ਜਾਂ ਰੈਂਟ ਐਗਰੀਮੈਂਟ। ਤੀਜਾ, ਤੁਹਾਡੀ ਕੈਟੇਗਰੀ ਕਨਫਰਮ ਕਰਨ ਲਈ ਇਨਕਮ ਸਰਟੀਫਿਕੇਟ। ਚੌਥਾ, ਹੈਡ ਆਫ ਹਾਊਸਹੋਲਡ ਦੀਆਂ ਪਾਸਪੋਰਟ ਸਾਈਜ਼ ਫੋਟੋਜ਼। ਪੰਜਵਾਂ, ਬੈਂਕ ਪਾਸਬੁੱਕ ਦਾ ਪਹਿਲਾ ਪੇਜ। ਅਤੇ ਜੇ ਤੁਸੀਂ ਕਿਸੇ ਹੋਰ ਸਟੇਟ ਤੋਂ ਪੰਜਾਬ ਆਏ ਹੋ ਤਾਂ ਉਸ ਸਟੇਟ ਦੇ ਰਾਸ਼ਨ ਕਾਰਡ ਦਾ ਸਰੈਂਡਰ ਸਰਟੀਫਿਕੇਟ ਵੀ ਦੇਣਾ ਪਵੇਗਾ। ਇੱਕ ਗੱਲ ਬਹੁਤ ਧਿਆਨ ਰੱਖਿਓ, ਤੁਹਾਡਾ ਨਾਂ, ਆਧਾਰ ਅਤੇ ਬਾਕੀ ਡਾਕੂਮੈਂਟਸ ਤੇ ਬਿਲਕੁਲ ਇੱਕੋ ਜਿਹਾ ਹੋਣਾ ਚਾਹੀਦਾ ਹੈ, ਨਹੀਂ ਤਾਂ ਐਪਲੀਕੇਸ਼ਨ ਵਿੱਚ ਡਿਲੇ ਹੋ ਸਕਦੀ ਹੈ। ਅਪਲਾਈ ਕਿਵੇਂ ਕਰਨਾ ਹੈ, ਇਹ ਵੀ ਸਟੈਪ ਬਾਈ ਸਟੈਪ ਸਮਝ ਲਓ। ਸਭ ਤੋਂ ਪਹਿਲਾਂ E-ਸਰਵਿਸਿਜ਼ ਪੰਜਾਬ ਪੋਰਟਲ ਤੇ ਰਜਿਸਟਰ ਜਾਂ ਲੌਗਇਨ ਕਰੋ। ਫਿਰ ਫੂਡ ਐਂਡ ਸਿਵਲ ਸਪਲਾਈ ਸੈਕਸ਼ਨ ਵਿੱਚ ਜਾ ਕੇ ਨਿਊ ਰਾਸ਼ਨ ਕਾਰਡ ਐਪਲੀਕੇਸ਼ਨ ਸਿਲੈਕਟ ਕਰੋ। ਪਰਿਵਾਰ ਦੇ ਸਾਰੇ ਮੈਂਬਰਸ ਦੀ ਡਿਟੇਲਸ, ਆਧਾਰ ਨੰਬਰ ਅਤੇ ਇਨਕਮ ਇਨਫੋਰਮੇਸ਼ਨ ਭਰੋ। ਸਾਰੇ ਡਾਕੂਮੈਂਟਸ ਅਪਲੋਡ ਕਰੋ ਅਤੇ ਐਪਲੀਕੇਸ਼ਨ ਸਬਮਿਟ ਕਰਕੇ ਐਕਨੋਲੇਜਮੈਂਟ ਨੰਬਰ ਲਿਖ ਲਓ। HOFN ਦੀ ਰਜਿਸਟ੍ਰੇਸ਼ਨ ਲਈ ERCMS ਪੋਰਟਲ ਤੇ 12 ਡਿਜਿਟ ਰਾਸ਼ਨ ਕਾਰਡ ਨੰਬਰ ਅਤੇ ਆਧਾਰ ਲਿੰਕਡ ਕ੍ਰੈਡੈਂਸ਼ੀਅਲਸ ਨਾਲ ਰਜਿਸਟਰ ਕਰਨਾ ਹੁੰਦਾ ਹੈ। ਐਪਲੀਕੇਸ਼ਨ ਦਾ ਸਟੇਟਸ ਤੁਸੀਂ ਪੋਰਟਲ ਤੇ ਜਾ ਕੇ ਨੇੜਲੀ ਫੇਅਰ ਪ੍ਰਾਈਸ ਸ਼ਾਪ ਤੇ ਜਾ ਕੇ ਚੈੱਕ ਕਰ ਸਕਦੇ ਹੋ। ਨਾਰਮਲੀ ਵੈਰੀਫਿਕੇਸ਼ਨ ਤੋਂ ਬਾਅਦ 15 ਤੋਂ 30 ਵਰਕਿੰਗ ਡੇਜ਼ ਦੇ ਵਿੱਚ ਤੁਹਾਡਾ ਰਾਸ਼ਨ ਕਾਰਡ ਤਿਆਰ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਸਾਨੂੰ ਇਹ ਵੀ ਪੁੱਛਦੇ ਹਨ ਕਿ ਨਵੇਂ ਜਨਮੇ ਬੱਚੇ ਦਾ ਨਾਂ ਜਾਂ ਨਵੀਂ ਵਿਆਹੀ ਪਤਨੀ ਦਾ ਨਾਂ ਰਾਸ਼ਨ ਕਾਰਡ ਵਿੱਚ ਕਿਵੇਂ ਜੋੜੀਏ। ਇਸ ਲਈ ਵੀ ਪ੍ਰੋਸੈਸ ਬਹੁਤ ਸੌਖੀ ਹੈ। CRCMS ਪੋਰਟਲ ਜਾਂ ਨੇੜਲੇ ਸਪਲਾਈ ਆਫਿਸ ਤੋਂ ਮੈਂਬਰ ਐਡੀਸ਼ਨ ਫਾਰਮ ਲਿਓ। ਨਵੇਂ ਮੈਂਬਰ ਦੀ ਡਿਟੇਲਸ ਅਤੇ ਆਧਾਰ ਨੰਬਰ ਭਰੋ, ਨਾਲ ਬਰਥ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਲਗਾਓ ਅਤੇ ਫਾਰਮ ਸਬਮਿਟ ਕਰਕੇ ਐਕਨੋਲੇਜਮੈਂਟ ਲੈ ਲਓ। ਇਸੇ ਤਰ੍ਹਾਂ ਜੇ ਕਿਸੇ ਮੈਂਬਰ ਦੀ ਮੌਤ ਹੋ ਗਈ ਹੋਵੇ ਜਾਂ ਵਿਆਹ ਕਰਕੇ ਉਹ ਦੂਜੇ ਘਰ ਚਲਾ ਗਿਆ ਹੋਵੇ ਤਾਂ ਮੈਂਬਰ ਰਿਮੂਵਲ ਫਾਰਮ ਭਰ ਕੇ ਡੈਥ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਲਗਾ ਕੇ ਉਸ ਦਾ ਨਾਂ ਕਾਰਡ ਵਿੱਚੋਂ ਹਟਾਇਆ ਜਾ ਸਕਦਾ ਹੈ। ਜੇ ਐਪਲੀਕੇਸ਼ਨ ਰਿਜੈਕਟ ਹੋ ਜਾਵੇ ਤਾਂ ਘਬਰਾਓ ਨਹੀਂ। ਪੋਰਟਲ ਤੇ ਆਪਣੇ ਐਪਲੀਕੇਸ਼ਨ ਨੰਬਰ ਨਾਲ ਰਿਜੈਕਸ਼ਨ ਦਾ ਰੀਜ਼ਨ ਚੈੱਕ ਕਰੋ। ਜ਼ਿਆਦਾਤਰ ਰਿਜੈਕਸ਼ਨ ਇਨਕਮ ਲਿਮਿਟ ਤੋਂ ਵੱਧ ਹੋਣ, ਡੁਪਲੀਕੇਟ ਐਪਲੀਕੇਸ਼ਨ ਜਾਂ ਮਿਸਿੰਗ ਡਾਕੂਮੈਂਟਸ ਕਰਕੇ ਹੁੰਦੀ ਹੈ। ਗਲਤੀ ਠੀਕ ਕਰਕੇ ਦੁਬਾਰਾ ਅਪਲਾਈ ਕੀਤਾ ਜਾ ਸਕਦਾ ਹੈ। ਜੇ ਆਧਾਰ ਰਾਸ਼ਨ ਕਾਰਡ ਨਾਲ ਲਿੰਕ ਨਾ ਹੋਵੇ ਤਾਂ ਨੇੜਲੀ ਫੇਅਰ ਪ੍ਰਾਈਸ ਸ਼ਾਪ ਜਾਂ ਸਪਲਾਈ ਆਫਿਸ ਜਾ ਕੇ ਸੀਡਿੰਗ ਕਰਵਾਈ ਜਾ ਸਕਦੀ ਹੈ। ਜੇ ਆਧਾਰ ਅਤੇ ਰਾਸ਼ਨ ਕਾਰਡ 'ਚ ਨਾਮ ਵੱਖ-ਵੱਖ ਹੋਵੇ ਤਾਂ ਪਹਿਲਾਂ ਆਧਾਰ ਸੇਵਾ ਕੇਂਦਰ ਤੋਂ ਆਧਾਰ ਵਿੱਚ ਨਾਮ ਠੀਕ ਕਰਾਓ, ਫਿਰ ਸਪਲਾਈ ਆਫਿਸ ਜਾਂ ਪੋਰਟਲ ਤੇ ਰਾਸ਼ਨ ਕਾਰਡ ਅਪਡੇਟ ਕਰਵਾਓ। ਜੇ ਰਾਸ਼ਨ ਮਿਲਣ ਵਿੱਚ ਕੋਈ ਦਿੱਕਤ ਆਵੇ ਤਾਂ 1967 ਜਾਂ 1800-3006-0100 ਹੈਲਪਲਾਈਨ ਤੇ ਕੰਟੈਕਟ ਕਰ ਸਕਦੇ ਹੋ। ਇਹ ਹੈਲਪਲਾਈਨ ਦਾ ਨੰਬਰ ਮੈਂ ਤੁਹਾਨੂੰ ਦੁਬਾਰਾ ਦੱਸਦੀ ਹਾਂ, 1800-3006-0100 ਜਾਂ ਆਨਲਾਈਨ PDS ਗ੍ਰੀਵੈਂਸ ਪੋਰਟਲ ਤੇ ਕੰਪਲੇਂਟ ਦਰਜ ਕਰਵਾ ਸਕਦੇ ਹੋ। ਇੱਕ ਹੋਰ ਫਾਇਦੇਮੰਦ ਗੱਲ ਦੱਸ ਦਈਏ, ਪੰਜਾਬ ਦੇ NFSA ਰਾਸ਼ਨ ਕਾਰਡ ਹੋਲਡਰਸ ਵਨ ਨੇਸ਼ਨ ਵਨ ਰਾਸ਼ਨ ਕਾਰਡ ONORC ਸਕੀਮ ਦੇ ਤਹਿਤ ਭਾਰਤ ਦੀ ਕਿਸੇ ਵੀ ਫੇਅਰ ਪ੍ਰਾਈਸ ਸ਼ਾਪ ਤੋਂ ਆਪਣਾ ਰਾਸ਼ਨ ਲੈ ਸਕਦੇ ਹਨ। ਇਹ ਖਾਸ ਕਰਕੇ ਉਹਨਾਂ ਲੋਕਾਂ ਲਈ ਬਹੁਤ ਯੂਸਫੁਲ ਹੈ ਜੋ ਕੰਮ ਜਾਂ ਪੜ੍ਹਾਈ ਲਈ ਦੂਜੇ ਸਟੇਟ ਵਿੱਚ ਰਹਿੰਦੇ ਹਨ। ਇਸ ਲਈ ਮੇਰਾ ਰਾਸ਼ਨ ਮੋਬਾਈਲ ਐਪ ਵੀ ਵਰਤਿਆ ਜਾ ਸਕਦਾ ਹੈ, ਜਿਸ ਨਾਲ ਨੇੜਲੀ ਫੇਅਰ ਪ੍ਰਾਈਸ ਸ਼ਾਪ ਲੱਭੀ ਜਾ ਸਕਦੀ ਹੈ ਤੇ ਆਪਣਾ ਐਂਟਾਈਟਲਮੈਂਟ ਵੀ ਚੈੱਕ ਕੀਤਾ ਜਾ ਸਕਦਾ ਹੈ। ਤਾਂ ਜੇ ਤੁਹਾਡੇ ਘਰ ਦਾ ਰਾਸ਼ਨ ਕਾਰਡ ਹੱਲੇ ਨਹੀਂ ਬਣਿਆ ਜਾਂ ਕਿਸੇ ਨਵੇਂ ਮੈਂਬਰ ਦਾ ਨਾਂ ਜੁੜਨਾ ਬਾਕੀ ਹੈ ਤਾਂ 11 ਅਗਸਤ ਤੋਂ ਪਹਿਲਾਂ ਆਪਣੇ ਡਾਕੂਮੈਂਟਸ ਤਿਆਰ ਕਰ ਲਓ ਅਤੇ ਅਪਲਾਈ ਕਰੋ। ਡੈਡਲਾਈਨ ਲੰਘ ਗਈ ਤਾਂ ਅਗਲੇ ਵਿੰਡੋ ਦਾ ਇੰਤਜ਼ਾਰ ਕਰਨਾ ਪਵੇਗਾ ਤੇ ਉਦੋਂ ਤੱਕ ਤੁਸੀਂ ਕਈ ਸਹੂਲਤਾਂ ਤੋਂ ਵਾਂਝੇ ਰਹਿ ਸਕਦੇ ਹੋ।
ਜੇ ਇਹ ਵੀਡੀਓ ਤੁਹਾਡੇ ਲਈ ਕੰਮ ਦੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ, ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਸਮੇਂ ਸਿਰ ਅਪਲਾਈ ਕਰ ਸਕਣ। ਅਤੇ ਬੈਠਕ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ। ਮੈਂ ਹਾਂ ਸੋਨੀਆ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।